अगर तुम चाहते हो किडनी फेल होवे ही ना, लीवर फेल होवे ही ना, कैंसर होवे ही ना, तो सूरज डुब्बन तो बाद खाना बंद कर दो। तुम नोटिस करो जापानी किवें खाना खाते हैं। कभी भी खाना खाने नाल पानी नहीं पीना, आधा घंटा पहले या 45 मिनट बाद। जिस दिन मूड खराब होवे, गुस्सा होवे, लड़ाई होवे, टेंशन होवे, उस दिन रोटी नहीं खानी। लेकिन अपने घर की होंदा है, जरा जा खा लो, मेरी कसम लगे खा लो। सारियां चीज़ां सारियां आदतां बंदे नूं होर विगाड़ दिंदियां, बीमारियां होर छेड़ लैंदियां। ढाबे तो रोटी मंगा के खा लेंगे हैं, कोई घरे मर जाए तो कि ਆਪਾਂ ਨੂੰ ਸੁਧਰਨਾ ਪਊਗਾ। ਪੁਰਾਣੇ ਸਿਸਟਮ ਵਧੀਆ ਸੀਗੇ, ਜਿਹੜਾ ਆਪਾਂ ਦਵਾਈਆਂ ਦਾ ਓਵਰ ਯੂਜ਼ ਕਰ ਰਹੇ ਹਾਂ। ਜਿਵੇਂ ਪੇਨ ਕਿਲਰ ਖਾ ਰਹੇ ਹਾਂ ਤਾਂ ਵੀ ਕਿਡਨੀ ਫੇਲ ਹੋ ਰਹੀ ਹੈ, बुखार उतारन की गोली खा रहे हैं ਤਾਂ भी किडनी फेल हो रही है। एक बंदा बच के आया जो उत्थे एक मर्डर हो गया, आप उसी बंदे ਨੂੰ ਹੱਥਕੜੀ लगाई जा रहे हैं ਜਿਹੜਾ ਦੱਸਣ ਆਂਦਾ है। शुगर वधी, तुसीं शुगर की दवाई शुरू कर देंगे हो। शुगर वधी क्यों? वो कारण कित्थे है? कारण ठीक किया नहीं, शुगर ਨੂੰ दबाना शुरू करता। बीपी वधिया, बीपी की गोली खानी शुरू कर दी। बीपी वधिया क्यों? वो कारण कित्थे है? ਅੱਜ ਤੋਂ ਬਾਅਦ ਜਦੋਂ ਵੀ ਬੁਖਾਰ, ਜ਼ੁਕਾਮ, ਖਾਂਸੀ, ਨਜ਼ਲਾ ਹੋਵੇ, ਇੱਕ ਬਾਲਟੀ ਲਓ, ਸਵੇਰੇ ਸ਼ਾਮ 2 ਟਾਈਮ ਕਰੋ, ਰੋਟੀ ਨਾ ਖਾਓ ਪੂਰਾ ਦਿਨ ਤੇ ਉਹ ਦਿਨ ਵਾਸਤੇ, ਤੁਹਾਡਾ 2 ਦਿਨਾਂ 'ਚ ਬੁਖਾਰ ਠੀਕ ਹੋ ਜੂ। ਅਸੀਂ ਤਾਂ ਛੋਟੇ ਡਾਕਟਰ ਵਾਲੀ ਕੈਟਾਗਰੀ ਚਾਹੁੰਦੇ ਹੁੰਦੇ ਹਾਂ। ਸਾਡੇ ਸਾਰੇ ਡਾਕਟਰ ਛੋਟੇ ਡਾਕਟਰ ਆ ਬਾਈ, ਵੱਡੇ ਡਾਕਟਰਾਂ ਕੋਲ ਜਾਂਦੇ ਹੋ ਜਿਨ੍ਹਾਂ ਦੀ ਡਿਗਰੀ ਵੀ ਠੀਕ ਹੈ ਨਹੀਂ। ਤਾਂ ਸਾਰੇ ਡਾਕਟਰ ਮੂਰਖ ਹੈ ਜਿਹੜੇ MBBS ਲੋਕ। ਆਪਣੀ ਡਿਗਰੀ ਪੁੱਕੜੋ ਨਾ। ਇਹ ਗੱਲਾਂ ਉਹਨਾਂ ਨੂੰ ਤਾਂ ਤਕਲੀਫ ਹੋਊਗੀ ਕਿ ਇਹ ਗੱਲ ਦੇ ਥੋੜੀ ਤੁਹਾਨੂੰ ਦੱਸਣਗੇ ਆ ਕੇ ਵੀ ਕੀ ਡਿਗਰੀ ਦਾ ਨਾਂ ਲੈਣਾ ਹੈ। ਜਦੋਂ ਲੀਵਰ ਫੇਲ ਹੋ ਜਾਂਦਾ ਹੈ, ਐਲੋਪੈਥੀ ਵਾਲੇ ਜਵਾਬ ਦੇ ਦਿੰਦੇ ਟ੍ਰਾਂਸਪਲਾਂਟ ਹੋਏਗਾ ਜੀ, ਲੈ ਜਾਓ ਜੀ, ਸੇਵਾ ਕਰੋ ਜੀ, ਉਦੋਂ ਸਾਡੇ ਕੋਲ ਆ ਜਾਂਦੇ ਹੋ। ਜਦੋਂ ਕੈਂਸਰ ਦੀ 4ਥੀ ਸਟੇਜ ਪਾਰ ਹੋ ਜਾਂਦੀ ਉਦੋਂ ਸਾਡੇ ਕੋਲ ਆ ਜਾਂਦੇ ਹੋ। ਉਲਟਾ ਕਰਦੇ ਹੋ, ਇਹ ਸਟੇਜ ਆਵੇ ਹੀ ਨਾ, ਪਹਿਲੇ ਸਾਡੇ ਕੋਲ ਆਓ। ਕਿਡਨੀ ਹੈ ਉਹ ਫੇਲ ਹੋ ਗਈ ਜਾਂ ਲਿਵਰ ਫੇਲ ਹੋ ਗਿਆ, ਕੈਂਸਰ ਹੋ ਗਈ, ਫਿਰ ਉਸ ਦਾ ਤੁਹਾਡੇ ਕੋਲ ਇਲਾਜ ਕੀ ਹੈ? एक माहौल क्रिएट करना पैंदा है, कुछ आयुर्वेदिक जड़ी बूटियां का सहारा लेना पैंदा है। 2 वक्त की रोटी का काम करना है, 2 वक्त की रोटी, 2 जून की रोटी, फिर 7 जून की रोटी कित्थों आ गई? 2 वक्त खाना खाओ, कभी बीमार नहीं पड़ोगे। मैं तो कहना भारत अज भी अंग्रेजी पैथी का, अंग्रेजी दवाइयां का, अंग्रेजी सिस्टम का, अंग्रेजी कानूनों का, अंग्रेजी माहौल का गुलाम है। लेकिन मैं अगर पंजाबी बोलूँगा, हिंदी बोलूँगा तो मैं पिछड़िया होया। ਦੁਨੀਆ ਦੇ ਵਿੱਚ ਤਕਲੀਫ ਹਰ ਇਨਸਾਨ ਨੂੰ ਆ ਸਕਦੀ ਹੈ, ਕਦੇ ਘੱਟ ਕਦੇ ਵੱਧ, ਪਰ ਉਹਨਾਂ ਤਕਲੀਫਾਂ ਤੋਂ ਬਚਣ ਦੇ ਲਈ ਜਦੋਂ ਕੋਈ ਬੰਦਾ ਰਾਹ ਲੱਭਦਾ ਹੈ ਤਾਂ ਬਹੁਤ ਠੱਗ ਮਿਲਦੇ ਨੇ ਰਾਹ ਵਿੱਚ। ਉਹ ਠੱਗ ਮੈਡੀਕਲ ਮਾਫੀਆ ਦੇ ਰੂਪ ਵਿੱਚ ਵੀ ਨੇ। ਕੋਈ ਸਿਹਤ ਪੱਖੋਂ ਪਹਿਲਾਂ ਹੀ ਬਿਮਾਰੀ ਨਾਲ ਜੂਝ ਰਿਹਾ ਹੁੰਦਾ, ਉਹ ਤੋਂ ਇਲਾਜ ਕਰਾਉਣ ਲਈ ਕੋਈ ਰਾਹ ਲੱਭਦਾ ਤੇ ਉਹਨੂੰ ਹੋਰ ਠੱਗਣ ਵਾਲੇ ਮਿਲ ਜਾਂਦੇ ਆ। ਪਰ ਇਹਨਾਂ ਸਾਰੀਆਂ ਗੱਲਾਂ ਤੋਂ ਬਚਿਆ ਕਿਵੇਂ ਜਾਣਾ ਚਾਹੀਦਾ ਇਹਨਾਂ ਠੱਗਾਂ ਤੋਂ ਬਚਣ ਦੇ ਲਈ? ਔਰ ਸਾਡੇ ਨਾਲ ਜਿਹੜੇ ਅੱਜ ਸ਼ਖਸ ਹੋਣਗੇ ਉਹ ਮੈਡੀਕਲ ਲਾਈਨ ਤੋਂ ਨੇ। ਹਿਮਸ ਦੇ ਸੰਸਥਾਪਕ ਨੇ ਆਚਾਰਿਆ ਮਨੀਸ਼ ਜੀ, ਔਰ ਉਹ ਇੱਕ ਐਸੇ ਸ਼ਖਸ ਨੇ ਜਿਨ੍ਹਾਂ ਦੀ ਸੰਸਥਾ ਨੇ ਕਰੋਨਾ ਕਾਲ ਦੇ ਦੌਰਾਨ ਠੋਕ ਕੇ ਚੈਲੰਜ ਕੀਤਾ ਕਿ ਕੋਵਿਡ ਨਾਂ ਦੀ ਕੋਈ ਇਸ ਤਰ੍ਹਾਂ ਦੀ ਬਿਮਾਰੀ ਨਹੀਂ ਹੈ, ਜਾਂ ਇਸ ਤਰ੍ਹਾਂ ਦੀਆਂ ਹੋਰ ਕਿਹੜੀਆਂ ਦਲੀਲਾਂ ਰੱਖੀਆਂ। ਇਹਨਾਂ ਦੇ ਫੇਸਬੁੱਕ, YouTube ਚੈਨਲ ਤੱਕ ਡਿਲੀਟ ਕਰ ਦਿੱਤੇ ਗਏ। ਪਰ ਅੱਜ ਇੱਕ ਬਹੁਤ ਵੱਡੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਘੇਰ ਲੈਂਦੀਆਂ ਇਨਸਾਨ ਨੂੰ, ਉਹਨਾਂ ਦੇ ਉੱਤੇ ਗੱਲ ਕਰਾਂਗੇ ਕਿ ਕਿਸੇ ਦੀ ਕਿਡਨੀ ਫੇਲ ਹੋ ਜਾਂਦੀ ਹੈ ਕਿਵੇਂ ਬਚੀਏ, ਲਿਵਰ ਫੇਲ ਹੋ ਜਾਂਦਾ ਕਿਵੇਂ ਬਚੀਏ, ਔਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਜਿਹਨੂੰ ਦੱਸਿਆ ਜਾਂਦਾ ਉਸ ਦਾ ਇਲਾਜ ਕੀ ਹੈ ਪੋਸੀਬਲ, ਔਰ ਸਸਤਾ ਕਿਵੇਂ ਹੈ। ਇਹ ਸਾਰੀਆਂ ਗੱਲਾਂ ਕਰਾਂਗੇ। ਮੇਰੇ ਨਾਲ ਨੇ ਆਚਾਰਿਆ ਮਨੀਸ਼ ਜੀ। ਮਨੀਸ਼ ਜੀ, ਸਭ ਤੋਂ ਸਵਾਗਤ। नमस्कार सर ਜੀ। ਪਹਿਲਾ ਤੇ ਮੁੱਢਲਾ ਸਵਾਲ ਇਹ ਕਿ ਜਿਹੜੀਆਂ ਇਹ ਭਿਆਨਕ ਵੱਡੀਆਂ ਬਿਮਾਰੀਆਂ ਨੇ, ਬੰਦੇ ਨੂੰ ਜਦੋਂ ਘੇਰਦੀਆਂ ਪਤਾ ਨਹੀਂ ਲੱਗਦੀਆਂ, ਘਰ ਦਾ ਮੂੰਹ ਦੂਜੇ ਪਾਸੇ ਹੋ ਜਾਂਦਾ, ਕੰਗਾਲ ਕਰ ਦਿੰਦੀਆਂ ਬੰਦੇ ਨੂੰ। ਬਿਲਕੁਲ ਜੀ। ਪਰ ਇਹਦੇ ਤੋਂ ਬਚੀਏ ਕਿਵੇਂ? बचन का तरीका सीधा है जी, ਆਪਾਂ ਨੂੰ अपने खान पान के सिस्टम सुधारना पएगा। अगर तुम चाहते हो किडनी फेल होवे ही ना, लीवर फेल होवे ही ना, कैंसर होवे ही ना, तो सूरज डुब्बन तो बाद खाना बंद कर दो। जापानी नहीं खाते, चाइनीज़ नहीं खाते। तुसीं नोटिस करो जापानी किवें खाना खाते हैं, वज्रासन में बह के खाना खाते हैं। वज्रासन उन्होंने लिया कित्थों? भारत के आयुर्वेद तो। आयुर्वेद की है? वेदां का एक हिस्सा है। आप 4 वेद जानते हैं, ऋग्वेद, यजुर्वेद, सामवेद, अथर्ववेद, उन्होंने एक हिस्सा है आयुर्वेद। वो आयुर्वेद नूं चाइनीज़ अपना रहे हैं, अमेरिकन अपना रहे हैं, आस्ट्रेलियन अपना रहे हैं, लेकिन हिंदुस्तानी उन्होंने छड़ रहे हैं। तो आपां नूं सूरज डुब्बन तो बाद खाना बंद करना पएगा। जो खाना चबा चबा के खाना पएगा। कभी भी खाना खाने नाल पानी नहीं पीना, आधा घंटा पहले या 45 मिनट बाद। जिस दिन मूड खराब होवे, गुस्सा होवे, लड़ाई होवे, टेंशन होवे, उस दिन रोटी नहीं खानी। लेकिन अपने घर की होंदा है, जरा जा खा लो, मेरी कसम लगे खा लो, खाने नाल की नाराजगी, बाबू खा लै, पुत्र खा लै, आ करके मावां ते जनानियां अपने घरां 'च एवें करके खाने खवांदियां। नहीं खाना हुंदा। जदों कोई ਸਾਰੀਆਂ ਚੀਜ਼ਾਂ ਸਾਰੀਆਂ ਆਦਤਾਂ ਬੰਦੇ ਨੂੰ ਹੋਰ ਵਿਗਾੜ ਦਿੰਦੀਆਂ, ਬਿਮਾਰੀਆਂ ਹੋਰ ਛੇੜ ਲੈਂਦੇ ਆ। ਆਹੀ ਬਿਮਾਰੀ ਹੈ ਸਰ। ਮੈਂ ਤੁਹਾਨੂੰ ਪੁੱਛਣਾ ਇੱਕ ਸਵਾਲ, ਤੁਹਾਡੇ ਘਰੇ ਮਿਕਸੀ ਹੈਗੀ ਹੈ? ਜਦੋਂ ਮਿਕਸੀ 'ਚ ਸਮਾਨ ਪੀਸਦੇ ਹੋ, ਗਰਮ ਹੋ ਜਾਂਦੀ ਹੈ ਤਾਂ ਕੀ ਕਰਦੇ ਹੋ? ਬੰਦ ਕਰ ਦਿੰਦੇ ਹੋ। ਕਿਉਂ? ਖਰਾਬ ਨਾ ਹੋ ਜਾਵੇ। ਐਵੇਂ ਰੱਬ ਨੇ
ਜਦੋਂ ਸਾਡਾ ਮੂਡ ਖਰਾਬ ਹੁੰਦਾ ਹੈ, ਗੁੱਸੇ 'ਚ ਹੁੰਦੇ ਆ, ਲੜਾਈ ਹੁੰਦੀ ਹੈ, ਰੋ ਰਹੇ ਹੁੰਦੇ ਆ, ਟੈਨਸ਼ਨ 'ਚ ਹੁੰਦੇ ਆ, ਕੋਈ ਘਰੇ ਮਰ ਗਿਆ ਹੁੰਦਾ ਹੈ, ਸਾਡੀ ਮਸ਼ੀਨ ਨੂੰ ਉਸ ਦਿਨ ਜੂਸਿਸ ਨਹੀਂ ਆਉਂਦੇ ਹਜਮ ਕਰਨ ਵਾਲੇ, ਲੇਕਿਨ ਉਸ ਦਿਨ ਆਪਾਂ ਕੀ ਕਰਨੇ ਆ, ਢਾਬੇ ਤੋਂ ਰੋਟੀ ਮੰਗਾ ਕੇ ਖਾ ਲੈਂਦੇ ਆ। ਕੋਈ ਘਰੇ ਮਰ ਜਾਵੇ ਤਾਂ ਆਪਣੇ ਪੂਰੇ ਸਿਆਣੇ ਸੀ ਕਿ ਘਰੇ 3 ਦਿਨ ਚੁੱਲ੍ਹਾ ਬੰਦ ਰਹਿੰਦਾ ਸੀ, ਲੇਕਿਨ ਆਪਾਂ ਕੀ ਕਰਦੇ ਆ, ਆਹ ਦਾਲ ਲੈ ਆ ਰੋਟੀਆਂ ਲੈ ਉੱਥੋਂ ਚੱਕ ਲਿਆ, ਆ ਖਾ ਲਿਆ, ਉਹ ਖਾ ਲੈ, ਜਿੰਦਾ ਪਤੀ ਮਰਦਾ ਉਹਨੂੰ ਵੀ ਠੁਆਈ ਜਾਂਦੇ ਆ। ਤੇ ਆਪਾਂ ਨੂੰ ਸੁਧਰਨਾ ਪਊਗਾ। ਪੁਰਾਣੇ ਸਿਸਟਮ ਵਧੀਆ ਸੀਗੇ, ਅੱਜ ਕੱਲ੍ਹ ਦੇ ਸਿਸਟਮ ਖਰਾਬ ਨੇ, ਤਾਂ ਵਾਸਤੇ ਦਿੱਕਤਾਂ ਆ ਰਹੀਆਂ। ਦੂਜੀ ਗੱਲ ਹੈ, ਜਿਹੜਾ ਆਪਾਂ ਦਵਾਈਆਂ ਦਾ ਓਵਰ ਯੂਜ਼ ਕਰ ਰਹੇ ਹਾਂ, ਜਿਵੇਂ ਪੇਨ ਕਿਲਰ ਖਾ ਰਹੇ ਹਾਂ ਤਾਂ ਵੀ ਕਿਡਨੀ ਫੇਲ ਹੋ ਰਹੀ ਹੈ, ਬੀਪੀ ਨੂੰ ਕੰਟਰੋਲ ਕਰਨ ਦੀ ਗੋਲੀ ਖਾ ਰਹੇ ਹਾਂ ਤਾਂ ਵੀ ਕਿਡਨੀ ਫੇਲ ਹੋ ਰਹੀ ਹੈ, ਆਪਾਂ ਬੁਖਾਰ ਉਤਾਰਨ ਦੀ ਗੋਲੀ ਖਾ ਰਹੇ ਹਾਂ ਤਾਂ ਵੀ ਕਿਡਨੀ ਫੇਲ ਹੋ ਰਹੀ ਹੈ। ਆਪਾਂ ਬਿਮਾਰੀਆਂ ਨੂੰ ਦੁਸ਼ਮਣ ਮੰਨ ਰਹੇ ਹਾਂ, ਵਾਇਰਸ ਨੂੰ, ਬੈਕਟੀਰੀਆ ਨੂੰ ਦੁਸ਼ਮਣ ਮੰਨ ਰਹੇ ਹਾਂ। ਆਪਾਂ ਪਤਾ ਕੀ ਕਰ ਰਹੇ ਹਾਂ, ਇੱਕ ਕਹਾਵਤ ਹੈ ਇੰਗਲਿਸ਼ ਵਿੱਚ, ਡੋਂਟ ਸ਼ੂਟ ਦਾ ਮੈਸੇਂਜਰ। ਜਿਹੜਾ ਸੰਦੇਸ਼ਾ ਲੈ ਕੇ ਆਵੇ ਉਹਨੂੰ ਨਹੀਂ ਮਾਰਨਾ ਚਾਹੀਦਾ। ਹੋ ਕੀ ਰਿਹਾ, ਇੱਕ ਬੰਦਾ ਭੱਜ ਕੇ ਆਇਆ, ਜੇ ਉੱਥੇ ਇੱਕ ਮਰਡਰ ਹੋ ਗਿਆ, ਆਪਾਂ ਉਸੇ ਬੰਦੇ ਨੂੰ ਹੱਥਕੜੀ ਲਗਾਈ ਜਾ ਰਹੇ ਹਾਂ ਜਿਹੜਾ ਦੱਸਣ ਆਉਂਦਾ ਹੈ। ਹੁਣ ਜਿਵੇਂ ਤੁਹਾਨੂੰ ਸ਼ੂਗਰ ਵਧੀ, ਤੁਸੀਂ ਸ਼ੂਗਰ ਦੀ ਦਵਾਈ ਸ਼ੁਰੂ ਕਰ ਦਿੰਦੇ ਹੋ। ਸ਼ੂਗਰ ਵਧੀ ਕਿਉਂ? ਉਹ ਕਾਰਨ ਕਿੱਥੇ ਹੈ? ਕਾਰਨ ਠੀਕ ਕੀਤਾ ਨਹੀਂ, ਸ਼ੂਗਰ ਨੂੰ ਦਬਾਉਣਾ ਸ਼ੁਰੂ ਕਰਤਾ। ਬੀਪੀ ਵਧਿਆ, ਬੀਪੀ ਦੀ ਗੋਲੀ ਖਾਣੀ ਸ਼ੁਰੂ ਕਰਦੀ। ਬੀਪੀ ਵਧਿਆ ਕਿਉਂ? ਉਹ ਕਾਰਨ ਕਿੱਥੇ ਹੈ? ਕਾਰਨ ਦੇ ਕੰਮ ਨਹੀਂ ਕੀਤਾ। ਬਿਮਾਰੀ ਨੂੰ ਆਪਾਂ ਸਿੰਪਟਮ ਨੂੰ ਬਿਮਾਰੀ ਮੰਨ ਲਿਆ। ਸ਼ੂਗਰ ਇੱਕ ਸਿੰਪਟਮ ਹੈ, ਬੀਪੀ ਇੱਕ ਸਿੰਪਟਮ ਹੈ, ਦਰਦ ਇੱਕ ਸਿੰਪਟਮ ਹੈ, ਇੱਕ ਲੱਛਣ ਹੈ ਕਿਸੇ ਹੋਰ ਬਿਮਾਰੀ ਦਾ, ਕਿਸੇ ਹੋਰ ਉਪਦਰਵ ਦਾ। ਅਸੀਂ ਕੀ ਕਰਤਾ, ਉਹਨਾਂ ਨੂੰ ਹੀ ਬਿਮਾਰੀ ਮੰਨ ਲਿਆ, ਉਹਨੂੰ ਦਬਾਉਣਾ ਸ਼ੁਰੂ ਕਰਤਾ। ਜਿਵੇਂ ਬੁਖਾਰ ਹੈ, ਤੁਹਾਨੂੰ ਬੁਖਾਰ ਚੜੇਗਾ, ਤੁਸੀਂ ਕੀ ਕਰੋਗੇ? ਡੋਲੋ ਲਓਗੇ, ਪੈਰਾਸੀਟਾਮੋਲ ਲਓਗੇ, ਜਦ ਕਿ ਬੁਖਾਰ ਸਾਡਾ ਮਿੱਤਰ ਹੈ। ਬੁਖਾਰ ਤੁਹਾਡੀ ਬਾਡੀ ਨੇ ਤੁਹਾਡੇ ਭਲੇ ਵਾਸਤੇ ਚੜਾਇਆ। ਤੁਸੀਂ ਦਵਾਈ ਖਾਓਗੇ ਤਾਂ ਵੀ 4 ਦਿਨ ਲੱਗਣਗੇ, ਦਵਾਈ ਨਹੀਂ ਖਾਓਗੇ ਤਾਂ 2 ਦਿਨ ਲੱਗਣਗੇ। ਉਲਟਾ ਕਰਨਾ ਕੀ ਆ ਉਹ ਸਮਝੋ, ਕੁਛ ਨਹੀਂ ਕਰਨਾ। ਅੱਜ ਤੋਂ ਬਾਅਦ ਜਦੋਂ ਵੀ ਬੁਖਾਰ, ਜ਼ੁਕਾਮ, ਖਾਂਸੀ, ਨਜ਼ਲਾ ਹੋਵੇ, ਇੱਕ ਬਾਲਟੀ ਲਓ, 40 ਡਿਗਰੀ ਗਰਮ ਪਾਣੀ ਭਰੋ, ਉਹਦੇ 'ਚ ਪੈਰ ਡੁਬੋ ਕੇ ਬਹਿ ਜਾਓ ਤੇ ਨਾਲ ਗਰਮ ਪਾਣੀ ਚਾਹ ਵਕਨ ਸਿਪ ਕਰਕੇ ਪੀਓ। ਸਵੇਰੇ ਸ਼ਾਮ 2 ਟਾਈਮ ਕਰੋ। ਰੋਟੀ ਨਾ ਖਾਓ ਪੂਰਾ ਦਿਨ ਤੇ ਉਹ ਦਿਨ ਵਾਸਤੇ, ਤੁਹਾਡਾ 2 ਦਿਨਾਂ 'ਚ ਬੁਖਾਰ ਠੀਕ ਹੋ ਜੂ। ਕਰਕੇ ਦੇਖ ਲਓ, ਬਿਲਕੁਲ ਲੋੜ ਹੀ ਨਹੀਂ ਨਾ। ਬੁਖਾਰ ਸਾਡਾ ਮਿੱਤਰ ਹੈ। ਫੋੜਾ, ਫੁੰਸੀ, ਉਲਟੀ, ਦਸਤ, ਜ਼ੁਕਾਮ ਔਰ ਬੁਖਾਰ ਇਹ ਮਿੱਤਰ ਹੈ, ਮਿੱਤਰ। ਇਹ ਸਾਡੇ ਭਲੇ ਵਾਸਤੇ ਆਏ। ਤੁਸੀਂ ਵਿਆਹ ਤੇ ਗਏ, ਤੁਸੀਂ 250 ਦੇ ਕੇ 1000 ਦਾ ਮਾਲ ਖਾਦਾ, ਤੁਹਾਨੂੰ ਲੱਗ ਗਿਆ ਪੋਟੀਆਂ, ਤੁਸੀਂ ਗਏ 100 ਕਰੋੜ ਵੱਡੇ ਡਾਕਟਰ ਕੋਲ, ਉਹ ਕੀ ਕਹੂਗਾ? ਡਾਇਰੀਆ ਹੋ ਗਿਆ, ਲੂਜ਼ ਮੋਸ਼ਨ ਲੱਗੇ, ਗੋਲੀ ਖਾ ਲਓ, ਰੋਕ ਲਓ। ਕਿਉਂ ਬਈ? ਹੀਰੇ ਮੋਤੀ ਨਿਕਲ ਰਹੇ ਜਿਹੜੇ, ਰੋਕ ਲਓ। ਗੰਦ ਨਿਕਲ ਰਿਹਾ ਨਾ, ਗੰਦ ਖਾਦਾ ਸੀ ਬਾਈ। ਹੁਣ ਅਗਰ ਤੁਸੀਂ ਜਾਓਗੇ ਆਯੁਰਵੈਦਿਕ ਡਾਕਟਰ ਕੋਲ, ਉਹ ਕੀ ਕਹੂਗਾ? ਬੋਡੀ ਸਿਆਣੀ ਹੈ, ਗੰਦ ਕੱਢ ਰਹੀ ਹੈ, ਨਿਕਲਣ ਦਿਓ। ਲੇਕਿਨ ਆਪਾਂ ਨੂੰ ਸਮਝਾਉਣ ਦੇ ਤਰੀਕੇ ਦਾ ਫਰਕ ਹੈ। ਵੱਡੇ ਡਾਕਟਰ ਤੇ ਛੋਟੇ ਡਾਕਟਰ, ਮੈਂ ਤਾਂ ਐਵੇਂ ਕਹਿੰਦਾ ਹੁੰਦਾ, ਅਸੀਂ ਤਾਂ ਛੋਟੇ ਡਾਕਟਰ ਵਾਲੀ ਕੈਟਾਗਰੀ ਚਾਹੁੰਦੇ ਹੁੰਦੇ ਆ। ਸਾਡੇ ਸਾਰੇ ਡਾਕਟਰ ਛੋਟੇ ਡਾਕਟਰ ਬਾਈ। ਵੱਡੇ ਡਾਕਟਰ ਕੋਲ ਜਾਂਦੇ ਹੋ ਜਿਨ੍ਹਾਂ ਦੀ ਡਿਗਰੀ ਵੀ ਠੀਕ ਹੈ ਨਹੀਂ। ਤੁਸੀਂ ਵੱਡੇ ਡਾਕਟਰ ਦੀ ਡਿਗਰੀ ਕੀ ਮੰਨਦੇ ਹੋ? ਤੁਸੀਂ ਡਿਗਰੀ ਕੀ ਹੁੰਦੀ ਡਾਕਟਰ ਦੀ? ਉਹ ਤਾਂ ਕਿਸੇ ਵੀ ਸੰਸਥਾ ਦੇ ਵਿੱਚੋਂ MBBS ਵੀ ਕਰਨਗੇ, MD ਵੀ ਕਰਨਗੇ। ਫਿਰ ਸੁਣੋ, ਪਹਿਲੀ ਗੱਲ, ਡਿਗਰੀ ਦਾ ਅਸਲੀ ਨਾਮ ਕੀ ਹੈ? MBBS ਹੈ ਕਿ? ਡਿਗਰੀ ਦਾ ਅਸਲੀ ਨਾਮ ਕੀ ਹੈ ਦੱਸੋ? ਤੁਹਾਨੂੰ ਪਤਾ ਹੋਊਗਾ ਸ਼ਾਇਦ। ਇਸ ਲਾਈਨ ਦੇ ਤੁਸੀਂ ਦੱਸੋ। ਡਿਗਰੀ ਦਾ ਅਸਲੀ ਨਾਮ BMBS ਹੈ। ਤੁਸੀਂ ਕਹੋ ਫਿਰ MBBS ਕਿਉਂ ਲਿਖਦੇ ਆ? नहीं सर, वो लैटिन नेम है। तुसी लैटिन में पढ़ी हो? हिंदुस्तान में इंग्लिश के अंदर अगर डिग्री का नाम है वो BMBS है, एलोपैथी का। आयुर्वेद की डिग्री का नाम है BAMS। लगता है सारे डॉक्टर मूर्ख है जेडे MBBS। सर आप उनकी डिग्री पकड़ो ना, उनकी डिग्री पूछो, उनका सर्टिफिकेट पकड़ो, आपकी डिग्री का नाम क्या है। आप किसी का भी डॉक्टर का सर्टिफिकेट चेक करो, उस पर BMBS लिखा हुआ है सर। लेकिन लिखते क्या है? अपने आप को मास्टर डिग्री दिखाने के लिए, अपने आप को बड़ा गुंडा दिखाने के लिए। अब ये जब डॉक्टरी डिग्री एडमिशन लेते हैं डॉक्टर लोग, एलोपैथी वाले, ਇਹ ਗੱਲਾਂ ਉਹਨਾਂ ਨੂੰ ਤਾਂ ਤਕਲੀਫ ਹੋਊਗੀ ਕਿ ਕੱਲ ਦੇ ਥੋੜੀ ਤੁਹਾਨੂੰ ਦੱਸਣਗੇ ਆ ਕੇ ਵੀ ਕੀ ਡਿਗਰੀ ਦਾ ਨਾਮ ਲੈਣਾ, ਕੀ ਨਹੀਂ ਲੈਣਾ। सर असली डिग्री का नाम तो जो है, जो सरकारी रजिस्ट्रेशन है, जो सरकार डिग्री दे रही है लिख के उत्ते, ਉਹਦੇ ਤੇ ਕੀ ਲਿਖਿਆ ਹੋਇਆ? ਅਸਲੀ ਨਾਮ ਤਾਂ ਲਿਖੋ। ਹੁੰਦਾ ਕੀ ਹੈ, ਆਮ ਆਦਮੀ ਗਲਤੀ ਨਾਲ ਇਹਨਾਂ ਨੂੰ ਮਾਸਟਰ ਡਿਗਰੀ ਸਮਝ ਕੇ ਇਹਨਾਂ ਕੋਲ ਛੋਟੀ ਬਿਮਾਰੀਆਂ ਦਾ ਇਲਾਜ ਕਰਨ ਲਈ ਚਲਾ ਜਾਂਦਾ ਹੈ, ਉਹ ਬਾਅਦ ਵੱਡੀ ਬਣਾ ਦਿੰਦੇ ਆ। ਹੋਣਾ ਕੀ ਚਾਹੀਦਾ ਹੈ? ਮੈਂ ਐਲੋਪੈਥੀ ਦੇ ਖਿਲਾਫ ਨਹੀਂ ਆ, ਐਲੋਪੈਥੀ ਸਾਇੰਸ ਬਹੁਤ ਅੱਛੀ ਹੈ, ਐਮਰਜੈਂਸੀ ਵਾਸਤੇ, ਕਿਸੇ ਵੀ ਤਰੀਕੇ ਵਾਸਤੇ ਯੂਜ਼ ਕਰੋ, ਅੱਛੀ ਹੈ, ਲੇਕਿਨ ਇਹ ਮੈਨੇਜਮੈਂਟ ਵਾਸਤੇ ਗਲਤ ਹੈ। ਆਪਾਂ ਕੀ ਕਰਦੇ ਪਏ ਆ? ਜਦੋਂ ਕਿਡਨੀ ਫੇਲ ਹੋ ਜਾਂਦੀ ਹੈ, ਐਲੋਪੈਥੀ ਵਾਲੇ ਜਵਾਬ ਦੇ ਦਿੰਦੇ ਤਾਂ ਆਯੁਰਵੇਦ ਤੇ ਜਾਂਦੇ ਹੋ। ਜਦੋਂ ਲੀਵਰ ਫੇਲ ਹੋ ਜਾਂਦਾ ਹੈ, ਐਲੋਪੈਥੀ ਵਾਲੇ ਜਵਾਬ ਦੇ ਦਿੰਦੇ ਟ੍ਰਾਂਸਪਲਾਂਟ ਹੋਏਗਾ ਜੀ, ਲੈ ਜਾਓ ਜੀ, ਸੇਵਾ ਕਰੋ ਜੀ, ਉਦੋਂ ਸਾਡੇ ਕੋਲ ਆ ਜਾਂਦੇ ਹੋ। ਜਦੋਂ ਕੈਂਸਰ ਦੀ 4ਥੀ ਸਟੇਜ ਪਾਰ ਹੋ ਜਾਂਦੀ ਹੈ, ਉਦੋਂ ਸਾਡੇ ਕੋਲ ਆ ਜਾਂਦੇ ਹੋ। ਉਲਟਾ ਕਰਦੇ ਹੋ। ਇਹ ਸਟੇਜ ਆਵੇ ਹੀ ਨਾ, ਪਹਿਲੇ ਸਾਡੇ ਕੋਲ ਆਓ ਤਾਂ ਕਿ ਇਹ ਸਟੇਜ ਆਵੇ ਹੀ ਨਾ। ਪਰ ਇੱਕ ਸਟੇਜ ਇਹ ਹੈ ਕਿ ਤੁਸੀਂ ਕਿਹਾ ਕਿ ਕਿਵੇਂ ਅਸੀਂ ਬਚਣਾ ਹੈ, ਇਹ ਬਿਮਾਰੀਆਂ ਸਾਨੂੰ ਲੱਗਣ, ਸਾਡੇ ਸਰੀਰ ਨੂੰ ਚਿੰਬੜਨ, ਇਦੋਂ ਪਹਿਲਾਂ ਗੱਲਾਂ ਦਾ ਧਿਆਨ ਰੱਖ ਲਓ ਤੇ ਲੋੜ ਹੀ ਨਹੀਂ ਹੈ ਕਿਤੇ ਜਾਣ ਦੀ, ਦਿਖਾਉਣ ਦੀ। ਪਰ ਜੇ ਕਿਤੇ ਅਣਗਹਿਲੀ ਕਰਕੇ ਜਾਂ ਅਣਜਾਣਪੁਣੇ ਦੇ ਵਿੱਚ ਬਿਮਾਰੀ ਦਾ ਸ਼ਿਕਾਰ ਹੋ ਗਿਆ ਬੰਦਾ, ਫਿਰ ਜਿਹੜੀ ਕਿਡਨੀ ਹੈ ਉਹ ਫੇਲ ਹੋ ਗਈ ਜਾਂ ਲਿਵਰ ਫੇਲ ਹੋ ਗਿਆ, ਕੈਂਸਰ ਹੋ ਗਈ, ਫਿਰ ਉਸ ਦਾ ਤੁਹਾਡੇ ਕੋਲ ਇਲਾਜ ਕੀ ਹੈ?
ਉਹੀ ਕਿਡਨੀ ਦੁਬਾਰਾ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਉਹੀ ਲੀਵਰ ਦੁਬਾਰਾ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਬਸ ਇੱਕ ਮਾਹੌਲ ਕ੍ਰੀਏਟ ਕਰਨਾ ਪੈਂਦਾ ਹੈ, ਕੁਝ ਆਯੁਰਵੈਦਿਕ ਜੜੀ ਬੂਟੀਆਂ ਦਾ ਸਹਾਰਾ ਲੈਣਾ ਪੈਂਦਾ ਹੈ, ਕੁਝ ਥੈਰੇਪੀ ਆਯੁਰਵੈਦਿਕ ਪੰਚਕਰਮਾ। ਮੈਂ ਇਹ ਤੁਹਾਨੂੰ ਇੱਕ ਸ਼ਲੋਕ ਦੱਸਦਾ, सर्वेषाणाम रोगाणाम निदानम कुपिता मला। आयुर्वेद कहता है सर्व रोग, दुनिया में जितने भी रोग हैं इनका एकमात्र कारण कुपित मल को निकाल दो, ठीक हो जाओगे। यानी कि बॉडी के अंदर की टॉक्सिसिटी को निकाल दो। फिर आयुर्वेद कहता है शुद्धो देहा मनुष्य यस्य सजीवती वर्षतम, कि देह को शुद्ध कर लो, 100 वर्ष तक स्वस्थ जियो। ਆਪਾਂ ਕੀ ਕਰ ਰਹੇ ਆ, ਪੂਰਾ ਮਹੀਨਾ ਖਾਂਦੇ ਆ, 24 ਘੰਟੇ ਖਾਂਦੇ ਆ। ਆਯੁਰਵੇਦ ਕਹਿੰਦਾ ਇੱਕ ਵਾਰ ਖਾਓ ਯੋਗੀ, 2 ਵਾਰ ਖਾਓ ਰੋਗੀ, 3 ਵਾਰ ਖਾਓ ਭੋਗੀ। ਆਪਾਂ ਚੈੱਕ ਕਰੋ ਘਰੇ 6-7 ਵਾਰੀ ਖਾਂਦੇ ਆ ਪੂਰਾ ਦਿਨ 'ਚ, ਤੇ 2 ਵਾਰੀ ਖਾਓ ਨਾ। ਆਪਾਂ ਯਾਦ ਕਰੋ ਆਪਾਂ ਕੀ ਕਹਿੰਦੇ ਸੀ, 2 ਵਕਤ की रोटी के काम करना है, 2 वक्त की रोटी, 2 जून की रोटी। फिर ਇਹ 7 ਜੂਨ ਦੀ ਰੋਟੀ ਕਿੱਥੋਂ ਆ ਗਈ? 2 ਵਕਤ ਖਾਣਾ ਖਾਓ, ਕभी बीमार नहीं पड़ोगे। ਪਰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਵੇਰੇ ਉੱਠਦੇ ਹੋ ਬ੍ਰੇਕਫਾਸਟ ਚੰਗਾ ਕਰੋ, ਵਧੀਆ ਕਰੋ, ਲੰਚ ਵੀ ਹਲਕਾ ਫੁਲਕਾ ਕਰੋ, ਰਾਤ ਨੂੰ ਥੋੜਾ ਉਦੋਂ ਵੀ ਹਲਕਾ ਕਰ ਲਓ, ਫਿਰ 3 ਟਾਈਮ ਦਾ ਤਾਂ ਪਹਿਲਾਂ ਹੀ ਸਲਾਹ ਦਿੱਤੀ ਜਾਂਦੀ ਹੈ ਖਾਣ ਦੀ। ਸਰ ਇਹ ਭਾਰਤੀ ਸ਼ਾਸਤਰ ਨਹੀਂ ਗਾ ਨਾ, ਇਹ ਅੰਗਰੇਜ਼ ਦੇ ਕੇ ਗਏ ਹੈ। ਜਦੋਂ ਅੰਗਰੇਜ਼ਾਂ ਦੇ ਸ਼ਾਸਨ ਕਾਲ ਤੋਂ ਭਾਰਤ ਅੱਜ ਤੱਕ ਬਾਹਰ ਕਿੱਥੋਂ ਆਇਆ? ਮੈਂ ਤਾਂ ਕਹਿੰਦਾ ਭਾਰਤ ਅੱਜ ਵੀ ਅੰਗਰੇਜ਼ੀ ਪੈਥੀ ਦਾ, ਅੰਗਰੇਜ਼ੀ ਦਵਾਈਆਂ ਦਾ, ਅੰਗਰੇਜ਼ੀ ਸਿਸਟਮ ਦਾ, ਅੰਗਰੇਜ਼ੀ ਕਾਨੂੰਨਾਂ ਦਾ ਤੇ ਅੰਗਰੇਜ਼ੀ ਮਾਹੌਲ ਦਾ ਗੁਲਾਮ ਹੈ। ਅਗਰ ਮੈਂ ਅੰਗਰੇਜ਼ੀ 'ਚ ਲੈਕਚਰ ਦਊਂਗਾ ਤੇ ਇੱਕ ਕਲਾਸ ਹੈਗੀ ਜਿਹੜਾ ਬੜਾ ਅੱਛਾ ਲੱਗੂਗਾ, ਜਿਹਨੂੰ ਮੈਂ ਬੜਾ ਭਾਵੇਂ ਅਧਿਆਂ ਨੂੰ ਸਮਝ ਨਾ ਆਵੇ, ਲੇਕਿਨ ਮੈਂ ਅਗਰ ਪੰਜਾਬੀ ਬੋਲੂੰਗਾ, ਹਿੰਦੀ ਬੋਲੂੰਗਾ ਤਾਂ ਮੈਂ ਪਿਛੜਿਆ ਹੋਇਆ। ਇਹ ਕੀ ਕ੍ਰਾਈਟੇਰੀਆ ਹੈ? ਆਪਣੀ ਮਾਤਰ ਭਾਸ਼ਾ ਤੋਂ ਪਿਆਰ ਕਰਨਾ ਕਿੱਥੋਂ ਗਲਤ ਹੋ ਗਿਆ, ਮੈਨੂੰ ਇਹ ਦੱਸੋ। ਮੈਂ ਕਹਿੰਦਾ ਇਹ ਜਿਹੜੇ ਅੰਗਰੇਜ਼ ਸੀ ਨਾ, ਇਹ ਅੱਜ ਵੀ ਭਾਰਤ ਤੇ ਰਾਜ ਕਰ ਰਹੇ ਆ। ਕਿਉਂਕਿ ਜਿੰਨੀ ਵੀ ਤੁਸੀਂ ਸ਼ੂਗਰ ਦੀ ਗੋਲੀ, ਬੀਪੀ ਦੀ ਗੋਲੀ, ਥਾਇਰਾਇਡ ਦੀ ਗੋਲੀ, ਇਹ ਕੈਂਸਰ ਦੀ ਕੋਈ ਦਵਾਈਆਂ ਆ ਰਹੀਆਂ ਹੈ ਜਾਂ ਕਿਡਨੀ ਫੇਲ ਦੀ ਜਿਹੜੀ ਕਿਟਸ ਆ ਰਹੀਆਂ, ਇਹ ਸਾਰੇ ਪੇਟੈਂਟ ਅਮਰੀਕਨ ਯੂਰੋਪੀਅਨ ਕੰਪਨੀ ਕੋਲ ਹੈਗੀਆਂ। ਤੇ ਪੈਸਾ ਕਿੱਥੇ ਜਾ ਰਿਹਾ ਹੈ? ਇਹਨਾਂ ਦਾ ਇੱਕ ਹਿੱਸਾ 33 ਪੈਸੇ ਜਾਂ 45 ਪੈਸੇ ਹਿੱਸਾ ਵਿਦੇਸ਼ਾਂ ਜਾ ਰਿਹਾ ਹੈ। ਆਪਾਂ ਨੂੰ ਇਹ ਕਿਉਂ ਚਾਹਣਗੇ ਤੁਹਾਡੀ ਦਵਾਈ ਬੰਦ ਹੋ ਜਾਵੇ? ਜਿਵੇਂ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਤੁਸੀਂ ਇੱਕ ਕੰਪਨੀ ਦੇ ਮਾਲਕ ਹੋ, ਮੰਨ ਲਓ ਸ਼ੂਗਰ ਦੀ ਕੰਪਨੀ ਦੇ, ਸ਼ੂਗਰ ਦੀ ਗੋਲੀ ਬਣਾਉਣ ਦੀ ਕੰਪਨੀ ਦੇ ਮਾਲਕ ਹੋ। ਇਸ ਟਾਈਮ ਭਾਰਤ ਦੇ 10 ਕਰੋੜ ਲੋਕ ਸ਼ੂਗਰ ਦੀ ਗੋਲੀ ਖਾ ਰਹੇ ਹੈ। ਤੁਸੀਂ ਚਾਹੋਗੇ ਤੁਹਾਡੇ ਪੇਸ਼ੈਂਟ ਘਟ ਜਾਣ? ਕਿਉਂਕਿ ਤੁਸੀਂ ਬੀਪੀ ਦੀ ਗੋਲੀ ਦੇ ਮਾਲਕ ਹੋ ਕੰਪਨੀ ਦੇ, ਤਾਂ ਤੁਸੀਂ ਚਾਹੋਗੇ? ਕੌਣ ਚਾਹੇਗਾ ਫਿਰ ਜਿਹੜਾ ਤੁਹਾਨੂੰ ਠੀਕ ਕਰਨਾ? ਜਿਹੜਾ ਇਸ ਧਰਤੀ ਦਾ ਇਨਸਾਨ ਹੋਏਗਾ, ਜਿਹੜਾ ਜੁੜਿਆ ਹੋਏਗਾ, ਜਿਹਨੂੰ ਅੱਜ ਵੀ ਨੇਚਰ ਨਾਲ ਪਿਆਰ ਹੋਏਗਾ, ਪ੍ਰਕਿਰਤੀ ਨਾਲ ਪਿਆਰ ਹੋਏਗਾ, ਲੋਕਾਂ ਨਾਲ ਪਿਆਰ ਹੋਏਗਾ। ਆਯੁਰਵੇਦ ਵਾਲੇ ਤੁਸੀਂ ਕੁਦਰਤੀ ਢੰਗ ਦੇ ਨਾਲ ਜਿਹੜੇ ਲੋਕ ਪੀੜਤ ਨੇ, ਜਿਹੜੇ ਹੁਣ ਸੁਣ ਵੀ ਰਹੇ ਹੋਣਗੇ ਸਾਨੂੰ, ਉਹਨਾਂ ਨੂੰ ਬਚਾ ਲਓਗੇ, ਗਾਰੰਟੀ ਲੈਣੇ ਹੋ? ਕਿਉਂਕਿ ਅਕਸਰ ਕਿਹਾ ਜਾਂਦਾ ਬੰਦੇ ਦੀ ਵੀ ਕੋਈ ਗਾਰੰਟੀ ਨਹੀਂ ਹੁੰਦੀ। ਦੇਖੋ ਮੈਂ ਗਾਰੰਟੀ ਲੈਣ ਨੂੰ ਤਿਆਰ ਹਾਂ, ਅਗਰ ਸਾਹਮਣੇ ਵਾਲਾ ਗਾਰੰਟੀ ਲਵੇ ਕਿ ਮੈਂ ਤੁਹਾਡੀ ਦਸੀਆਂ ਸਾਰੀ ਗੱਲਾਂ ਅਪਣਾਵਾਂਗਾ ਤੇ ਮੈਂ ਵੀ ਗਾਰੰਟੀ ਲਵਾਂਗਾ। ਅਗਲਾ ਵੀ ਗਾਰੰਟੀ ਲਵੇ, ਮੈਂ ਵੀ ਗਾਰੰਟੀ ਲਵਾਂਗਾ। ਹੁਣ ਅਗਲਾ ਕਹੇ ਮੈਂ ਤਾਂ ਦੁੱਧ ਵਾਲੀ ਚਾਹ ਵੀ ਪੀਊਂਗਾ ਜੀ, ਮੈਂ ਤਾਂ ਸਿਗਰਟ ਵੀ ਨਹੀਂ ਛੱਡੂੰਗਾ ਜੀ, ਮੈਂ ਤਾਂ ਰਾਤੀ ਸੌਣ ਦੇ ਟਾਈਮ ਦੁੱਧ ਦਾ ਗਲਾਸ ਪੀ ਕੇ ਸੌਂਗਾ। ਮੈਂ ਹੁਣ ਛੋਟਾ ਜਿਹਾ ਸਵਾਲ ਪੁੱਛਦਾ, ਸਾਡੇ ਘਰਾਂ 'ਚ ਦੁੱਧ ਪ੍ਰਸ਼ਾਦ ਹੈ, ਲੰਗਰ 'ਚ ਵੀ ਦੁੱਧ ਹੈ, ਚਾਹ 'ਚ ਵੀ ਦੁੱਧ ਹੈ, ਹਰ ਜਗ੍ਹਾ ਦੁੱਧ ਹੈ। ਇਹਨਾਂ ਦੁੱਧ ਹੈ ਕਿੱਥੇ? ਮੈਨੂੰ ਦੱਸੋ ਤਾਂ ਸਹੀ। ਗਾਵਾਂ ਮੱਝਾਂ ਨਜ਼ਰ ਆਉਂਦੀਆਂ ਨਹੀਂ। ਦੂਜੀ ਗੱਲ, आयुर्वेद एक साड़ी कहावत है, गाय हमारी माता है। भैंस के ऊपर क्या? अकल बड़ी के भैंस, गई भैंस पानी में, काला अक्षर भैंस बराबर, जिसकी लाठी उसकी भैंस, भैंस के आगे बीन बजाना। सारी कहावतें नेगेटिव भैंस पे ही क्यों है, गाय पे क्यों नहीं है? अब इसका असली कारण सुनो। जापान, अमेरिका, ऑस्ट्रेलिया, न्यूजीलैंड, पूरे दुनिया में 235 देश हैं। 232 देश भैंस का दूध सूंघते भी नहीं है। वो सियाने हुए कि असी सियाने हुए? भैंस पीने का दूध पीने के लिए नहीं होता। भैंस अमेरिका में भी है, लेकिन जंगल में आवारा पशु के रूप में। जैसे नील गाय है भारत में, आवारा पशु के रूप में, उसका कोई दूध नहीं पीता। दूध तो आग का पौधा भी देता है, वो पी लो। बात क्या, मतलब दूध इतना पागल कर रखा है हमें दूध ने। अगर दूध पीना है तो देसी गाय का प्योर दूध मिले तो पियो। ये अमेरिकन गाय, जर्सी गाय, एचएफ गाय, ऑस्ट्रेलियन गाय का दूध बिल्कुल मत पियो। ये जहर है, ये जीएम है, ये जेनेटिकली मॉडिफाइड गाय है, ये सुअर की नस्ल से तैयार की गई हैं। ये हमारे को सूट नहीं करता, हमें सूट करता है हमारी माँ का दूध। अब मैं आपसे एक सवाल पूछता हूं, जब बच्चा 2 साल तक का होता है, माँ का दूध पीता है, तो जब उल्टी करता है तो दही जैसा कुछ निकलता है, लेकिन हम दूध पीते हैं तो दूध ही निकलता है। क्योंकि हमारी बॉडी में 2.5 साल की उम्र के बाद वो एंजाइम ही नहीं होता जो दूध को तोड़ सके। वो बच्चे की उम्र में ही था हमारा, जब हम माँ का दूध पीते थे। अच्छा, दुनिया में जितने भी जानवर माँ का दूध पीते हैं, क्या उसके बाद भी दूध पीते हैं? जैसे बंदर भी अपने बच्चे को दूध पिलाता है, गधी भी अपने बच्चे को दूध पिलाती है, कुतिया भी अपने बच्चे को दूध पिलाती है। सारी जिंदगी पिलाती है क्या? एक उम्र है, एक टाइम है, बस तभी दूध पीना है। अब आप कहोगे भगवान भी पीते थे, कृष्ण भगवान में सवाल आ जाता है कई बार, तो कृष्ण भगवान कहीं दिखाओ मुझे दूध पीते हुए। कृष्ण भगवान मक्खन खाते थे, दही खाते थे। दही अच्छी है, मक्खन अच्छा है,
दूध अच्छा नहीं है। ਕੀ ਫਿਰ ਉਹ ਦੁੱਧ ਤੋਂ ਦਹੀਂ ਬਣਾਉਣਾ ਹੈ, ਮੱਖਣ ਬਣਾਉਣਾ ਹੈ, ਉਹਦੇ ਲਈ ਵੀ ਮੱਝ ਦੇ ਦੁੱਧ ਤੋਂ ਬਣਾਇਆ ਜਾ ਸਕਦਾ ਕਿ ਉਹ ਵੀ वो ਉੱਥੇ ਹੀ भी ਰਵੇ। देसी गां का दूध होना चाहिए, या नारियल का दूध होना चाहिए, या बादाम का दूध होना चाहिए, या मूंगफली का दूध होना ਪਰ चाहिए। ਆਪਣਾ ਦੇਸ਼ ਐਡਾ ਵੱਡਾ, ਕਰੋੜਾਂ ਦੀ ਗਿਣਤੀ 'ਚ ਆਬਾਦੀ 'ਚ ਵੀ ਅਸੀਂ ਰਿਕਾਰਡ ਤੋੜੀ ਜਾਂਦੇ ਹਾਂ, ਉਹ ਤਾਂ ਸਾਰੇ ਹੀ ਮੱਝ ਦਾ ਦੁੱਧ ਵੀ ਯੂਜ਼ ਕਰਦੇ ਆ, ਕਹਿੰਦੇ ਅਸੀਂ ਸਾਰੇ ਤਾਂ ਬਿਮਾਰ ਨਹੀਂ ਹੋਵਾਂਗੇ, ਕੋਈ ਬਿਮਾਰ ਹੈ। ਤੁਸੀਂ ਕੋਈ ਇੱਕ ਹਸਪੀਟਲ ਦਾ ਨਾਮ ਦੱਸੋ ਜਿੱਥੇ ਭੀੜ ਹੈ ਨਹੀਂ ਇਸ ਟਾਈਮ, ਕੋਈ ਹਸਪੀਟਲ ਦੱਸੋ, ਸਭ ਭਰੇ ਪਿਆ ਹੈ, ਲੋਕਾਂ ਕੋਲ ਟਾਈਮ ਹੈ ਨਹੀਂ, ਵੇਟਿੰਗ ਚੱਲ ਰਹੀ ਹੈ। ਤੇ ਬਿਮਾਰ ਹੋਣ ਦੇ ਪਿੱਛੇ ਬਹੁਤ ਵੱਡਾ ਕਾਰਨ ਦੁੱਧ ਹੈ, ਹਜਮ ਨਹੀਂ ਹੁੰਦਾ ਸਰ, ਲੀਵਰ ਦੇ ਉੱਪਰ ਅਸਰ ਕਰਦਾ ਹੈ। ਆਪਾਂ ਕਹਿੰਦੇ ਆ ਫੈਟੀ ਲੀਵਰ ਆਮ ਗੱਲ ਹੈ ਅੱਜ ਕੱਲ, ਫੈਟੀ ਲੀਵਰ ਹੋ ਕਿਉਂ ਰਿਹਾ ਹੈ? ਇਹ ਮੱਝ ਦਾ ਦੁੱਧ ਕਰਕੇ, ਇਹ ਦੁੱਧ ਵਾਲੀ ਚਾਹ ਪੀਣ ਕਰਕੇ, ਬਹੁਤ ਸਾਰੇ ਕਾਰਨ ਨੇ, ਬਹੁਤ ਸਾਰੀ ਚੀਜ਼ਾਂ ਨੇ। ਮੈਂ ਤੁਹਾਨੂੰ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਛੋਟਾ ਜਿਹਾ ਡਾਈਟ ਚਾਰਟ ਦੇ ਦੇਣਾ, ਬੜਾ ਈਜ਼ੀ ਜਿਹਾ, ਜਿਹੜਾ ਅਗਰ ਸਾਰੇ ਅਪਣਾ ਲੈਣਗੇ, ਕੋਈ ਮਰਜ਼ੀ ਬਿਮਾਰੀ ਹੋਵੇ, ਤੁਹਾਨੂੰ ਫਾਇਦਾ ਹੋਊਗਾ ਹੀ ਹੋਊਗਾ। ਅੱਜ ਤੋਂ ਬਾਅਦ ਛੋਟਾ ਜਿਹਾ ਇੱਕ ਰੂਲ ਬਣਾ ਲਓ, ਸਵੇਰੇ ਉੱਠਦੇ ਹੀ ਖਾਲੀ ਪੇਟ ਬਿਨਾ ਕੁੱਲਾ ਬਿਨਾ ਬੁਰਸ਼ ਕਰੇ, ਉਕੜੂ ਬਹਿ ਕੇ, ਉਕੜੂ ਮਤਲਬ ਮਲ ਆਸਨ ਵਿੱਚ ਬਹਿ ਕੇ, ਪਹਿਲਾ ਕੱਪ ਗਰਮ ਪਾਣੀ ਜਾਂ ਹਰਬਲ ਟੀ ਜਾਂ ਕਾੜਾ ਪੀਣਾ ਸਵੇਰੇ ਉੱਠਦੇ ਹੀ, ਜਾਂ ਪਾਣੀ ਪੀਣਾ ਸਿੰਪਲ, ਲੇਕਿਨ ਪੀਣਾ ਉਕੜੂ ਬਹਿ ਕੇ ਹੈ। 5-7 ਦਿਨਾਂ ਤੁਹਾਡੀ ਮਲਕ੍ਰਿਆ ਸੈੱਟ ਹੋ ਜਾਏਗੀ, ਪੇਟ ਸਾਫ਼ ਹੋਣਾ ਸ਼ੁਰੂ ਹੋ ਜਾਏਗਾ। ਦੂਜਾ, 12 ਵਜੇ ਤੱਕ ਜਿੰਨਾ ਤੁਹਾਡਾ ਵਜਨ ਹੈ ਗੁਣਾ 10, ਜਿਵੇਂ ਤੁਹਾਡਾ ਵਜਨ 65 ਕਿਲੋ ਹੈ ਤੇ 650 ਗ੍ਰਾਮ ਫਰੂਟ ਖਾਣੇ ਹੈ ਸੀਜ਼ਨ ਦੇ, ਕੋਈ ਮਰਜ਼ੀ, ਭਾਵੇਂ ਅੰਬ ਖਾਓ, ਕੇਲਾ ਖਾਓ, ਸ਼ੂਗਰ ਨਾਲ ਕੋਈ ਮਤਲਬ ਨਹੀਂ। ਉਸ ਤੋਂ ਬਾਅਦ ਜੋ ਦਿਲ ਕਰੇ ਖਾਓ, ਪਰੌਂਠਾ ਖਾਣਾ ਹੈ, ਰੋਟੀ ਖਾਣੀ, ਪੂੜੀ ਖਾਣੀ, ਉਹ ਜੋ ਕਰਦਾ ਖਾਓ। ਨਾਸ਼ਤੇ 'ਚ ਵੱਡੀ ਪਲੇਟ ਫਰੂਟ ਦੀ ਖਾਓ। ਲੰਚ 'ਚ ਜਿੰਨਾ ਤੁਹਾਡਾ ਵਜਨ ਹੈ ਗੁਣਾ 5 ਸਲਾਦ ਖਾਓ, ਜਿਵੇਂ ਤੁਹਾਡੀ 65 ਕਿਲੋ ਦਿਓ ਤੇ ਲਗਭਗ 300 ਗ੍ਰਾਮ ਸਲਾਦ ਖਾਓ, ਖੀਰਾ, ਟਮਾਟਰ, ਪਿਆਜ਼, ਮੂਲੀ, ਗਾਜਰ, ਮੂਲੀ ਦੇ ਪੱਤੇ, ਗਾਜਰ ਦੇ ਪੱਤੇ, ਜੋ ਵੀ ਸਬਜ਼ੀਆਂ ਆਉਂਦੀਆਂ। ਉਸ ਤੋਂ ਬਾਅਦ ਰੋਟੀ ਚਾਵਲ ਜੋ ਖਾਣਾ ਖਾਓ, ਜਾਂ ਮਿਲਟਸ ਖਾਓ। ਐਵੇਂ ਹੀ ਫਿਰ ਡਿਨਰ ਕਰਨਾ ਹੈ, ਉਹਦੇ 'ਚ ਰੋਟੀ ਖਾਣਾ ਛੱਡ ਦਿਓ, ਬਸ ਸੂਰਜ ਡੁੱਬਣ ਤੋਂ ਬਾਅਦ ਖਾਣਾ ਛੱਡ ਦਿਓ। ਅੱਧਾ ਭਾਰਤ ਦੀ ਬਿਮਾਰੀਆਂ ਤੇ ਦਵਾਈਆਂ ਬੰਦ ਹੋ ਸਕਦੀਆਂ, ਦੇਸ਼ ਦਾ ਪੈਸਾ ਬਚੂਗਾ ਜਿਹੜਾ ਕਰੋੜੋਂ ਰੁਪਇਆ ਵਿਦੇਸ਼ਾਂ 'ਚ ਜਾ ਰਿਹਾ। ਅਗਰ ਲੋਕ ਸੂਰਜ ਡੁੱਬਣ ਤੋਂ ਬਾਅਦ ਖਾਣਾ ਬੰਦ ਕਰ ਦੇਣ ਤੇ ਖਾਣਾ ਖਾਣ ਦੇ ਬਾਅਦ ਵਜਰਾਸਨ 'ਚ ਬੈਠਾ ਸ਼ੁਰੂ ਕਰ ਦੇਣ। ਵਜਰਾਸਨ ਮਤਲਬ ਪੰਜੇ ਮੋੜ ਕੇ ਏੜੀ ਦੇ ਉੱਤੇ ਬਹਿਣਾ, ਮਤਲਬ ਘੁਟਨੇ ਦੇ ਉੱਤੇ ਬਹਿਣਾ, ਜਿਵੇਂ ਮੁਸਲਮਾਨ ਭਾਈ ਨਮਾਜ਼ ਪੜ੍ਹਦੇ ਆ। ਵਜਰਾਸਨ 'ਚ ਬੈਠੋ ਜਾਂ ਖਾਣਾ ਹੀ ਵਜਰਾਸਨ 'ਚ ਬਹਿ ਕੇ ਖਾ ਲਓ। ਤੁਸੀਂ ਕੋਈ ਵੀਡੀਓ ਲੱਭੋ ਜੀ, ਜਾਪਾਨੀ ਕਿਵੇਂ ਖਾਣਾ ਖਾਂਦੇ ਆ, ਵਜਰਾਸਨ 'ਚ ਬਹਿ ਕੇ ਖਾਂਦੇ ਆ। ਚਾਈਨੀਜ਼ ਦੇ ਜਾਪਾਨੀ ਵਜਰਾਸਨ 'ਚ ਬਹਿ ਕੇ ਖਾਣਾ ਖਾਂਦੇ ਆ। ਅਸੀਂ ਕਹਿੰਦੇ ਖਾਣਾ ਖਾ ਕੇ ਵਜਰਾਸਨ 'ਚ ਬੈਠ ਜਾਓ, ਨਹੀਂ ਤਾਂ ਵਜਰਾਸਨ 'ਚ ਬਹਿ ਕੇ ਖਾਣਾ ਖਾ ਲਓ, ਤੁਸੀਂ ਬਿਮਾਰ ਪੈ ਹੀ ਨਹੀਂ ਸਕਦੇ। ਤੇ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਬੰਦਾ ਚਾਹੇ ਤਾਂ ਬਚ ਸਕਦਾ ਇਹਨਾਂ ਰੋਗਾਂ ਤੋਂ। ਬਿਲਕੁਲ ਸਿਰਫ ਖਾਣ ਪੀਣ ਦਾ ਧਿਆਨ, ਇੱਛਾ ਸ਼ਕਤੀ, ਖੁਸ਼ ਰਹੋ। ਇੱਕ ਨੰਗੇ ਪਾਉ ਘਾਸ ਤੇ ਘੁੰਮੋ, ਜਿਵੇਂ ਮੈਂ ਹੁਣ ਇਸ ਟਾਈਮ ਘਾਸ ਤੇ ਹੈਗਾ ਤੇ ਮੇਰੇ ਪੈਰ ਨੰਗੇ ਹੈ, ਇਹ ਅਰਥਿੰਗ ਹੈ। ਜਾਨਵਰ ਕਿੰਨੇ ਘੰਟੇ ਅਰਥਿੰਗ ਰਹਿੰਦੇ ਆ? 24 ਘੰਟੇ। ਦੇਖੋ ਜਾਨਵਰ ਕਦੀ ਬਿਮਾਰ ਪੈਂਦੇ ਆ? ਅਗਰ ਬਿਮਾਰ ਪੈਂਦੇ ਤਾਂ ਕੀ ਕਰਦੇ ਆ? ਮੈਂ ਤੁਹਾਨੂੰ ਇੱਕ ਸਵਾਲ ਪੁੱਛ ਰਿਹਾ ਕਿ ਜਾਨਵਰ ਬਿਮਾਰ ਪੈਂਦੇ ਆ ਜੰਗਲ ਵਿੱਚ, ਕੀ ਕਰਦੇ ਆ? ਜੰਗਲ ਦਾ ਤਾਂ ਪਤਾ ਨਹੀਂ, ਜਿਹੜੇ ਘਰਾਂ 'ਚ ਰੱਖੇ ਹੁੰਦੇ ਉਹਨਾਂ ਨੂੰ ਜ਼ਰੂਰ ਡਾਕਟਰ ਨੂੰ ਸੱਦ ਲਿਆ ਜਾਂਦਾ ਕਿ ਇੰਜੈਕਸ਼ਨ ਦੇ ਦਿਓ, ਸਹੀ ਹੋ ਜਾਣਗੇ। ਜਦੋਂ ਵੀ ਜਾਨਵਰ ਬਿਮਾਰ ਪੈਂਦੇ ਆ, ਤੁਸੀਂ ਨੋਟਿਸ ਕਰਨਾ, ਉਹ 2 ਤੋਂ 3 ਦਿਨ ਵਾਸਤੇ ਖਾਣਾ ਛੱਡ ਦਿੰਦੇ ਆ। ਉਹਨਾਂ ਨੂੰ ਕੌਣ ਦੱਸਦਾ ਖਾਣਾ ਛੱਡਣਾ ਹੈ? ਉਹਨਾਂ ਨੂੰ ਕੁਝ ਵੀ ਖਵਾਓ, ਨਹੀਂ ਖਾਣਗੇ, ਉਹ ਪਾਸੇ ਜਾ ਕੇ ਪੈ ਜਾਣਗੇ, ਧੁੱਪ ਸੇਕਣਗੇ, ਆਰਾਮ ਨਾਲ ਰੈਸਟ ਕਰਨਗੇ, 3 ਦਿਨ ਬਾਅਦ ਨਾਰਮਲ ਹੋ ਕੇ ਠੀਕ ਹੋ ਜਾਣਗੇ। ਅਗਰ ਇਨਸਾਨ ਵੀ ਬਿਮਾਰ ਹੋਣ ਤੇ ਖਾਣਾ ਛੱਡਣਾ ਸਿੱਖ ਜਾਏ ਤਾਂ ਵੀ ਦੇਸ਼ ਦਾ 80-90% ਦਵਾਈਆਂ ਦਾ ਖਰਚਾ ਬਚ ਜਾਵੇ। ਇੱਕ ਖਾਣਾ ਖਾਂਦੇ ਟਾਈਮ ਗਰਾਈ ਛੋਟੀ ਕਰ ਲਓ, ਜਿਹੜੀ ਆਪਾਂ ਗਰਾਈ ਖਾਂਦੇ ਅੱਡੀ ਵੱਡੀ ਸਬਜ਼ੀ ਭਰਨ ਵਾਸਤੇ, ਉਹ ਸਬਜ਼ੀ ਬਣਨ ਵਾਸਤੇ ਗਰਾਈ ਨਹੀਂ ਹੁੰਦੀ, ਚਮਚ ਹੈਗਾ, ਤੇ ਗਰਾਈ ਤੁਸੀਂ ਅੰਗੂਠੇ ਦੇ ਨਖੂਨ ਜਿੰਨੀ ਕਰ ਲਓ, 32 ਵਾਰੀ ਚਬਾਓ, ਤੁਸੀਂ ਬਿਮਾਰ ਨਹੀਂ ਪੈ ਸਕਦੇ। ਇੱਕ ਜਦੋਂ ਵੀ ਤੁਸੀਂ ਵਰਤ ਰੱਖਣਾ ਸ਼ੁਰੂ ਕਰੋ, ਬੋਡੀ ਦੀ ਕਲੀਨਿੰਗ ਕਰੋ। ਮੈਂ ਤੁਹਾਨੂੰ ਕਹਿੰਦਾ ਸ਼ੁੱਧੋ ਆਪਣਾ ਸ਼ੁੱਧੀ ਦੇਹਾ ਮਨੁष्य यस्य जति वर्षतम। एक आयुर्वेद कहता है लंघन परम औषधम। परम मतलब सबसे बड़ा, सबसे बड़ी औषधि आयुर्वेद में बताया है उपवास को। आपा की कहने उपवास मतलब अडंबर, उपवास मतलब बॉडी दी क्लीनिंग। गुरु नानक देव जी ने अडंबरा तो बचन वास्ते क्या सीगा, वहमा तो बचन वास्ते क्या सी, उपवास तो मना नहीं किया सी। आपा कई भरा अजकल उपवास भी बंद करते इस चक्कर। एकादशी वो ग्रहां दे हिसाब नाल साडी बॉडी नूं खाली रखण दा दिन है। उस दिन बॉडी के अंदर मंगल ग्रह धरती के करीब होंदा है, तुहाडी बॉडी के अंदर एनर्जी उस दिन कंज्यूम नहीं हो पाती, बॉडी खाना हजम नहीं कर पाती। जिवें एक अमावस्या जिन्हों कहते हैं मौनी अमावस्या, मौनी अमावस्या का मतलब होंदा है उस दिन मौन रहना है। क्यों मौन रहना है? क्योंकि चंद्रमा धरती के करीब है, साडी बॉडी 70% पानी है, उस दिन जल तत्व बढ़िया होएगा ते तुहाडे मुंह तो गलत शब्द निकलेंगे, तुहाडी लड़ाई होएगी, तुहाडे झगड़े होंगे। साडे पूर्वज ने की किया? मौन रहो उस दिन। ये सब साइंस है। आयुर्वेद दुनिया की सब तो वड्डी साइंस है। हुण भी वक्त है देशवासियों, संभल जाओ, सुधर जाओ, आयुर्वेद के डॉक्टर नाल अपना रिश्ता बना लो, उन्होंने अपना फैमिली डॉक्टर बना लो, तुसी बच जाओगे जी। बहुत शुक्रिया जी। बड़ियां अहम गल्लां असीं करन दी कोशिश कीती है कि खाने दा और पीण दा ढंग तरीका जेकर सही होवे ਤਾਂ ਇਹਨਾਂ ਵੱਡੇ ਵੱਡੇ ਰੋਗਾਂ ਨੂੰ, ਜਿਨ੍ਹਾਂ ਤੋਂ ਡਰ ਲੱਗਦਾ ਵੀ ਨਾਮ ਵੀ ਮਾੜਾ ਹੁੰਦਾ ਹੈ, ਉਹਨਾਂ ਸਾਰੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਔਰ ਆਪਣੀ ਸਿਹਤ ਨੂੰ ਅਸੀਂ ਤੰਦਰੁਸਤ ਰੱਖ ਸਕਦੇ ਹਾਂ। ਫਿਲਹਾਲ ਅੱਜ ਦੀ ਇਸ ਮੁਲਾਕਾਤ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।